ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਉਨਿਸ ਤਾਰੈ आवो सिख सतगुर के प्यारियो आवो सिख सतगुर के प्यारियो गावो सच्ची बाणी बाणी तां गावो गुरु केरी बाणियां सिर बाणी जिनको नजर कर्म होवै ਹਿਰਦੈ ਤਨਾ ਸਮਾਣੀ ਜਿਨ ਕੋ ਨਜ਼ਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਕੌਣ ਜਾਣੇ ਗੁਣ ਤੇਰੇ कौन जाने गुण तेरे कौन जाने गुण तेरे कौन जाने गुण तेरे जाने गुण तेरे कौन जाने गुण तेरे कौन जाने गुण तेरे कौन जाने गुण तेरे पार बेअंत स्वामी जो पार बेअंत स्वामी पूजा पार बेअंत स्वामी पूजा पार बेअंत स्वामी जाने गुण तेरे कौन जाने गुण तेरे कौन जाने गुण तेरे कौन जाने गुण तेरे ऊंच अपार बेअंत स्वामी कौन जाने गुण तेरे गावत उधरै संत उधरै बिनस पाप कनेरे पशु प्रेत मुग्ध को तारे पाहन पर उतारे नानक दास तेरी सरनाई सदा सदा बलिहारे कौन जाने गुण तेरे कौन जाने गुण तेरे
ਤੇਰੇ, ਕੌਣ ਜਾਣੇ ਗੁਣ ਤੇਰੇ। ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਵਾਹਿਗੁਰੂ, ਕੌਣ ਜਾਣੇ ਗੁਣ ਤੇਰੇ। ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਸਾਰੇ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਚੱਲ ਕੇ ਗੁਰੂ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਮੂਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਵਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਵਸ ਦੁਨੀਆ ਦੇ ਕੋਨੇ ਕੋਨੇ ਵਿੱਚ ਮਨਾਏ ਜਾ ਰਹੇ ਨੇ। ਬੜੀ ਵੇਖਣ ਵਾਲੀ ਗੱਲ ਹੈ, ਬੰਦੇ ਦੇ ਖਿਆਲ 'ਚ ਕਦੀ ਖਿਆਲ ਹੀ ਨਹੀਂ ਆਉਂਦਾ। ਕਿਤੇ ਕੱਲ੍ਹ ਮਨਾਇਆ ਗਿਆ, ਕਿਤੇ ਅੱਜ ਮਨਾਇਆ ਗਿਆ, ਪਰ ਮੇਰੇ ਖਿਆਲ ਹੈ ਕਿ ਸਾਰਾ ਮਹੀਨਾ ਹੀ ਪੰਜਾਬ ਦੇ ਵਿੱਚ ਕਿਸੇ ਪਿੰਡ 'ਚ ਕਦੇ ਕਿਸੇ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਵਸ ਮਨਾਏ ਜਾਂਦੇ ਹਨ। ਇੱਕ ਬੜੀ ਗੱਲ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਦੁਨੀਆ ਦੇ ਵਿੱਚ ਕਿਸੇ ਵੀ ਧਰਮ ਗ੍ਰੰਥ ਦਾ ਪ੍ਰਕਾਸ਼ ਦਿਵਸ ਨਹੀਂ ਮਨਾਇਆ ਜਾਂਦਾ। ਮੁਸਲਮਾਨ ਭਰਾ ਕੁਰਾਨ ਸ਼ਰੀਫ ਦਾ ਕੋਈ ਦਿਨ ਨਹੀਂ ਮਨਾਉਂਦੇ। ਹਿੰਦੂ ਭਰਾ ਰਮਾਇਣ ਦਾ, ਗੀਤਾ ਦਾ ਕਿਤੇ ਜਨਮ ਦਿਨ ਨਹੀਂ ਮਨਾਉਂਦੇ। ਕ੍ਰਿਸਚਨ ਮਤ ਦੇ ਲੋਕ ਬਾਈਬਲ ਯਾਨੀ ਅੰਜੀਲ ਦਾ ਕਿਤੇ ਵੀ ਪ੍ਰਕਾਸ਼ ਦਿਵਸ ਨਹੀਂ ਮਨਾਉਂਦੇ। ਪਰ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਦੁਨੀਆ ਦੇ ਕੋਨੇ ਕੋਨੇ ਵਿੱਚ ਪ੍ਰਕਾਸ਼ ਦਿਵਸ ਮਨਾਏ ਜਾ ਰਹੇ ਨੇ ਔਰ ਮਨਾਏ ਜਾਂਦੇ ਹਨ। ਬੜੀ ਵੇਖਣ ਵਾਲੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਨੂੰ
ਅੱਜ ਦੀਆਂ ਸਰਕਾਰਾਂ ਨੇ, ਸੁਪਰੀਮ ਕੋਰਟ ਆਫ ਦਿੱਲੀ ਨੇ ਇਹ ਗੱਲ ਗੁਰੂ ਕੀ ਸੰਗਤ ਮੰਨ ਲਈ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਜਿੰਦਾ ਗੁਰੂ ਹਨ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਇੱਕ ਜਿੰਦਾ ਗੁਰੂ ਹਨ। ਜੇਕਰ ਇੰਡੀਆ ਦੇ ਵਿੱਚ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਕੋਈ ਜ਼ਮੀਨ, ਕੋਈ ਜਗ੍ਹਾ, ਕੋਈ ਥਾਂ ਹੈ, ਉਹਦੇ 'ਤੇ ਕੋਈ ਬੰਦਾ ਕਬਜ਼ਾ ਨਹੀਂ ਕਰ ਸਕਦਾ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਉਹਦੇ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਅੱਜ ਸੁਪਰੀਮ ਕੋਰਟ ਆਫ ਦਿੱਲੀ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ, ਮੰਨ ਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਿਉਂਦੇ ਯਾਗ ਦੇ ਗੁਰੂ ਹਨ। ਜਿਵੇਂ ਮੇਰੇ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਜਾਗਤ ਜੋਤ ਜਪੇ ਨਿਸ ਬਾਸਰ, ਏਕ ਬਿਨਾ ਮਨ ਨੇਕ ਨਾ ਆਨੈ। ਗੁਰੂ ਕੀ ਸੰਗਤ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ, ਗੋੜ ਮੜੀ ਮਠ ਭੂਲ ਨਾ ਮਾਨੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਅੱਜ ਦੁਨੀਆ ਦੇ ਲੋਕਾਂ ਨੇ ਇੱਕ ਜਿਉਂਦਾ ਯਾਗ ਦਾ ਗੁਰੂ, ਜੀਵਤ ਗੁਰਾਂ ਕੀ ਜੋਤ ਯਾਨੀ ਪ੍ਰਗਟ ਜੋ ਗੁਰਾਂ ਕੀ ਜੋਤ ਅਸੀਂ ਮੰਨ ਲਿਆ। ਅਸੀਂ ਨਹੀਂ ਮੰਨਿਆ, ਬਲਕਿ ਦੁਨੀਆ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨਾਟ ਓਨਲੀ ਇਨ ਦਿੱਲੀ ਸੁਪਰੀਮ ਕੋਰਟ, ਇੰਡੀਆ ਦੀ ਕਿਸੇ ਵੀ ਅਦਾਲਤ ਦੇ ਵਿੱਚ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਕਿਤੇ ਕੋਈ ਪ੍ਰੋਪਰਟੀ ਪਈ ਹੈ, ਮਹਾਰਾਜ ਦੇ ਨਾਂ 'ਤੇ ਕੋਈ ਜਗ੍ਹਾ ਪਈ ਹੈ, ਉਹਦੇ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹਦੇ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਸੇ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮਨਾਏ ਜਾਂਦੇ ਨੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਦੁਨੀਆ ਦੇ ਵਿੱਚ ਕਿਸੇ ਧਰਮ ਦੇ ਗ੍ਰੰਥ ਦਾ ਕਿਤੇ ਕੋਈ ਜਨਮ ਦਿਨ ਜਾਂ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਨਹੀਂ, ਮਨਾਇਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਸਤਿਗੁਰੂ ਪਾਤਸ਼ਾਹ ਨੇ, ਜਿਵੇਂ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੁਰਗੱਦੀ ਬਖਸ਼ਣ ਸਮੇਂ ਖਾਲਸੇ ਨੂੰ ਸੰਬੋਧਨ ਕਰਦੇ ਇਹ ਗੱਲ ਕਹੀ ਸੀ, ਸਿੱਖੋ, ਸਿੱਖਾਂ ਦੇ ਪੁੱਛਣ 'ਤੇ, ਬੇਨਤੀ ਕਰਨ 'ਤੇ ਮਹਾਰਾਜ ਪਹਿਲੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਜੀ ਸੰਗਤਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਨਾਲ ਜੋੜ ਗਏ। ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਗਏ। ਮੁੱਖ ਦੀ ਗੱਲ ਕੀ, ਨੌਵੇਂ ਪਾਤਸ਼ਾਹ ਨੇ ਆਪ ਜੀ ਨੂੰ ਆਪਣੀ ਥਾਂ 'ਤੇ ਸਾਧ ਸੰਗਤ ਜੀ ਗੁਰਤਾ ਗੁਰਗੱਦੀ ਬਖਸ਼ੀ। ਮਹਾਰਾਜ ਤੁਸੀਂ ਸਾਨੂੰ ਕਿਹਦੇ ਲੜ ਲਾ ਕੇ ਜਾਓਗੇ? ਮੇਰੇ ਪਾਤਸ਼ਾਹ ਨੇ ਆਖਿਆ, ਖਾਲਸਾ ਜੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ। ਗਰੀਬ ਨਵਾਜ਼ ਅਸੀਂ ਆਪ ਜੀ ਦੇ ਦਰਸ਼ਨ ਕਿਵੇਂ ਕਰਿਆ ਕਰਾਂਗੇ? ਮੇਰੇ ਪਾਤਸ਼ਾਹ ਲੱਗੇ ਕਹਿਣ, ਸਿੱਖੋ
मेरो रूप ग्रंथ जी जान, मेरो रूप ग्रंथ जी जान। जिन्हें मेरी आत्मा के दर्शन करने होण, योग के दर्शन करने होण, गुरु ग्रंथ साहिब महाराज के दर्शन करया करियो। महाराज जी माफ करना, तेरा दर्शन किवें करांगे? सतगुरु पातशाह लगे कहन, सिखो अज तो मैं अपनी आत्मा, अपनी जोत गुरु ग्रंथ साहिब च रख दी है, तो शरीर मैं पंथ च रख दिता। जदों तुसी ना 5 अमृतधारी सिंघां दे दर्शन करया करोगे, वो मेरा दीदार होवेगा। सिखां ने बड़े बड़े सवाल किए सन। गरीब नवाज जे किसी समय 5 सिख ना मिलन, पातशाह कहते फिर तुसी 4 दे कर लियो। 4 ना मिलन, 3 दे कर लियो। 3 ना मिलन, फिर कहते 2 दे कर लियो। जे महाराज जी किते 2 भी ना मिलन, फिर तेरे दर्शन किवें करया करांगे? कलगीधर पातशाह कहन लगे, सिखो अमृत वेले दातन कुरला इशनान करन तो बाद जदों तुसी शीशे च अपना मूँह वेख्या करोगे ना, जिवें दुध उत्ते मलाई आ जाती, इवें तुहानू माफ करना, थोड़े अपने स्वरूप तो चेहरे तो मेरे दर्शन होया करनगे। बड़ियां बख्शिशां कीतियां, एवें नहीं किया। आग्या भई अकाल की, तबे चलायो पंथ, सब सिखण को हुक्म है। हुक्म एक होंदी बेनती, एक बारी कह दे वाहरू। बेनती असी किसी आम बंदियां नूं माफ करना, बेनती आपां कर दिंदे। कई भी कोई मतलब कढ़ना होवे किसी अफसर अगे, सरकारी दरबारे जी मेरा ये काम हो जाए, पर मेरे महाराज ने सानू बेनती नहीं की। एक बारी कह दो वाहरू। हुक्म कीता हुक्म, हुक्म कीता हुक्म। ये हुण तुसीं देख लो भी तुसीं गुरु ग्रंथ साहिब महाराज दा हुक्म मनना या नहीं मनना। पातशाह लगे कहन, आग्या भई अकाल की तबे चलायो पंथ, सब सीखण को हुक्म है। सब सीखण को हुक्म है। गुरु मान्यो ग्रंथ, गुरु ग्रंथ जी मान्यो। प्रगट गुरां की दे, जो प्रभ को मिलबो चाहे, खोद शब्द में ले। गुरबाणी असी रोज़ पढ़ते हैं। गुरु ग्रंथ जी मान्यो, प्रगट गुरां की दे, जो प्रभ को मिलबो चाहे, खोज शब्द में ले। राज करेगा खालसा, आकी रहे न कोई, ख्वार होए सब मिलेंगे, बचे शरण जो वाहगुरु नाम जहाज है। बस नहीं किया, ये जमीन ते चलती है। एक बारी कह दो यार, कोई कार नहीं गया भी जमीन ते चलती है, कोई टैक्सी नहीं गया, कोई मेरे गुरुदेव ने ये नहीं किया, पर ये गया कि माफ करना, राज करेगा खालसा, गुरु ग्रंथ जी मान्यो, प्रगट गुरां की दे, जो प्रभ को मिलबो चाहे, खोद शब्द में ले।
राज करेगा खालसा, आकी रहे ना कोई, खुआर होए सब मिलेंगे, बचे शरण जो होए, वहरू नाम जहाज है। कदे तुसी आए हो उत्थे बेनती कर देंगे, कोई ऐसी गल नहीं। जदों गुरु ग्रंथ साहिब महाराज के सरूप तैयार किए गए ना, अज भी वो गुरु ग्रंथ साहिब का सरूप हरमंदर साहिब पिया, जिथे नौवें पातशाह की बाणी आउणी सी। भूत भविख ते वर्तमान दे ज्ञाता सतगुरु गुरु अर्जन देव महाराज ने जदों भाई गुरदास जी पासों बाणी लिखवा रहे सन, ते उस गुरु ग्रंथ साहिब के सरूप च जगह छड्डी गई। एक बारी कह दे वहरू, एक बारी फिर कह दे वहरू। महाराज दा स्वरूप इस तरह ही है, पर जिथे गुरु तेग बहादुर महाराज की बाणी दर्ज करनी सी, माफ करना, वो जिहड़े जिहड़े पेज ते आउणी सी वो थां छड्डी पई है। बाबा बुढ़ा जी ने आख्या, गरीब नवाज आ गुरु ग्रंथ साहिब विच तुसीं जगह क्यों छड्डी है? लगे कहन, बाबा बुढ़ा जी आ जी जगह छड्डी है ना, माफ करना, नौवें सरूप दे विच इत्थे बाणी दर्ज की जाएगी। एक बारी कह दो वैर। अज प्रकाश दिवस मना रहा, एक गुरु साहब का संपूर्णता दिवस मनाया जाता पंजाब दे विच, जिस दिन गुरु ग्रंथ साहिब महाराज दी बाणी एक ओंकार तो लैके 18-10-20 तक। साध संगत जी जरा ध्यान देना पवेगा। जदों बाणी उच्चारण की जंगां युद्धां दे समय तो वेले होके मेरे कलगीधर पातशाह कहते ने दमदमा साध की पवित्र धरती से पुजे। एक बारी कह रहे वहरू। सिख अक्सर पुछते सन, बेनतियां करते सन, गरीब नवाज किते कोई बाणी दे अर्थ करके समझाओ। अजकल तो असी बिना निंदा तो साढ़े को काम ही नहीं है। ये जी दमदमा साहब गुरु ग्रंथ साहिब की बाणी च भी लिखे है, दमदमे साहब दमदमी गुरु ग्रंथ साहिब का स्वरूप जिहड़ा कि उत्थे 10वें पातशाह ने। एवें नहीं है गल। मेरे पातशाह नूं जदों सिखां ने बेनती की, गरीब नवाज कोई अर्थ समझाओ बाणी दे। कलगीधर पातशाह जंगां ते युद्धां दा जमाना सी, कहण लगे भाई दया सिंह जी कदे कोई समा आया तो तुहानूं बाणी दे अर्थ समझावांगे। जंगां युद्धां तों वेले होके ना फ्री होके फिर असी तुहानूं बाणी दे अर्थ समझावांगे। दमदमा साहब नूं गुरु की काशी कहते हैं। गुरु की काशी, काशी बनारस दे अंदर बड़े बड़े कर्मकांडी विद्वान पंडितां दा केंद्र है। माफ करना, जिथे बड़े बड़े कर्मकांडी साध संगत जी उत्थे विद्वान पंडित भी होए। इत्थे सिखां ने फिर बेनती की, महाराज 10वें पातशाह ने बड़े लंबेरे समय तो बाद, लंबेरे के लॉन्ग पीरियड तो बाद
दसवें पातशाह ने बड़े लंबेरे समय तो बाद अपना कमर कस्सा खोलिया सी। कमर कस्सा माफ़ करना, जिमें साडे निहंग सिंह अमर छकाउण समय पंज प्यारे, माफ़ करना, अपने लक दे उदाले पेड़ दे उदाले बन्नदे ने। बड़े लंबेरे समय तो बाद हजूर ने अपना कमर कस्सा खोलिया सी। सिखां ने आख्या, महाराज किरपा करो, अज लोकी कहंदे ने, एक बारी कह दो वैरू, कहंदे ने कि गुरु ग्रंथ साहब, जरा ध्यान देना पवेगा, महाराज दी जिहड़ी बाणी है, कहंदे कि जोत नूं गुरु मनदे आ। बाणी भावें गुरु नानक दी है, बाणी भावें गुरु अंगद देव महाराज दी है, बाणी भावें गुरु अमरदास महाराज दी है, पर साध संगत जी गुरु कोई शरीर का नां नहीं है। इनू दसां पातशाहियां दी आत्मक जोत मन्निया। एक बारी कह दे वाहिगुरू, कोई लैके जाए जे, कोई अमोलक वचन होंदे ने। ये गल उत्थे जाके सिद्ध करनी सी। एक बारी कह दे वाहिगुरू, जिन्हों प्रूफ कह दें असीं अंग्रेजी प्रूफ करनी सी। मेरे पातशाह ने जदों सिखां बेनती की, महाराज हुण ते समय बाणी दे अर्थ समझाओ। जदों ये बेनती की, उस समय जिहड़ा गुरु ग्रंथ साहिब दा स्वरूप सी ना, धीर मल दे पास सी, जो सोढ़ी खानदान दे विचों सी। गुरु ग्रंथ साहिब दा स्वरूप करतारपुर पिया सी। करतारपुर अपने जलंधर दीयां जड़ां च पैंदा है। मेरे महाराज कहंदे ने 5 सिख भेजे। ये तो शंके उदों भी पैदा होंदे सन। आख्या जाओ धीरमल पासों गुरु ग्रंथ साहिब दा स्वरूप लैके आओ। स्वरूप ये जदों सिख गुरु ग्रंथ साहिब दा स्वरूप लैण वास्ते करतारपुर भाई धीरमल दे कोल पुजे, जो अपने गुरु खवाउंदा सी। सिखां ने जाके बेनती की धीरमल नूं भी सानू 10वें पातशाह ने तेरे कोल घल्लिया, तेरे कोल ते असीं गुरु ग्रंथ साहिब दा स्वरूप लैण वास्ते आए हैं। एक बारी कह दे वाहिगुरू, एक बारी फिर कह दे वाहिगुरू। स्वरूप लैण वास्ते आए हैं, सानू महाराज तेरे पास भेजिया। धीरमल ने आख्या सिखां नूं, कहंदा उंज तां 10वें पातशाह गुरु कहाउंदे ने, अपने आप नूं गुरु नानक दी गुरता गुरगदी दे 10वें वारस समझदे ने। जे वो गुरु है, जे गुरु गोबिंद सिंह गुरु कहाउंदे ने अपने आप नूं, ते बाणी हो रच लैण, मैं स्वरूप नहीं देना। एक बारी कह दो वाहिगुरू, मैं गुरु ग्रंथ साहिब दा स्वरूप नहीं देना। सिखां ने एक बारी बेनती की, 2 बारी की, 3 बारी की, पर इन्हें गुरु ग्रंथ साहिब दा स्वरूप देण तो ना कर दी। सिखां दा महाराज 10वें पातशाह के चरनां च दमदमा साह पुजना। महाराज वेख्या भी ये खाली मुड़ाए ने,
ਕਲਗੀਧਰ ਪਾਤਸ਼ਾਹ ਨੇ ਪੁੱਛਿਆ, ਸਿੱਖੋ ਤੁਹਾਡੀ ਡਿਊਟੀ ਲਾਈ ਸੀ ਧੀਰ ਮਲ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ। ਮਹਾਰਾਜ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀ ਦੇਣਾ ਸੀ? ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀ ਦੇਣਾ ਸੀ? ਬਲਕਨ ਹਜ਼ੂਰ ਦੀ ਸ਼ਾਨ ਦੇ ਖਿਲਾਫ ਕਈ ਕਿਸਮ ਦੇ ਵੱਧ ਘੱਟ ਬੋਲ ਕਬੋਲ ਬੋਲੇ ਨੇ, ਔਰ ਨਾਲ ਇਹ ਗੱਲ ਕਹਿਤੀ ਕਿ ਜੇ ਦਸਵੇਂ ਪਾਤਸ਼ਾਹ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਵਾਰਿਸ ਸਮਝਦੇ ਨੇ ਤੇ ਬਾਣੀ ਹੋਰ ਆ ਚੱਲਣ। ਸਿੱਖਾਂ ਦੀ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਲੱਗੇ ਕਹਿਣ, ਦੀਪ ਸਿਆਂ, ਭਾਈ ਮਣੀ ਸਿਆਂ, ਭਾਈ ਦਇਆ ਸਿਆਂ, ਅਸੀਂ ਬਾਣੀ ਉਚਾਰਨ ਕਰਾਂਗੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਬਾਣੀ ਉਚਾਰਨ ਕਰਾਂਗੇ। ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹਿੰਦੇ 5 ਸਿੱਖ ਕਾਸ਼ੀ 'ਚ ਭੇਜੇ। ਕਾਸ਼ੀ 'ਚ ਆਖਿਆ ਜਾਓ ਤੂੰ ਪੜ੍ਹ ਕੇ ਆਓ ਪੰਡਤਾਂ ਪਾਸੋਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜਦੋਂ ਸਿੱਖ ਕਾਸ਼ੀ ਪੁੱਜੇ ਤੇ ਪੰਡਤਾਂ ਨੇ ਆਖਿਆ ਵੀ ਇੰਝ ਤੇ ਅਸੀਂ ਤੁਹਾਨੂੰ ਨਹੀਂ ਪੜ੍ਹਾਉਣਾ। ਜੇ ਤੁਸੀਂ ਕਹੋ ਵੀ ਅਸੀਂ ਗਾਤਰੇ ਕਿਰਪਾਨਾਂ ਪਾਈਆਂ ਨੇ, ਤੁਹਾਡੇ ਤੇੜ ਕਸ਼ਹਿਰੇ ਨੇ, ਤੇ ਇਸ ਤੁਹਾਡੇ ਪਹਿਰਾਵੇ ਵਿੱਚ ਅਸੀਂ ਤੁਹਾਨੂੰ ਮਾਫ ਕਰਨਾ ਨਹੀਂ ਪੜ੍ਹਾ ਸਕਦੇ। ਜੇ ਤੁਸੀਂ ਪੜ੍ਹਨਾ ਵੀ ਸਾਡੇ ਵਾਂਗੂ ਕੱਪੜੇ ਪਹਿਨ ਕੇ ਆਓ ਤੇ ਫਿਰ ਤੁਹਾਨੂੰ ਅਸੀਂ ਵਿਦਿਆ ਦਿਆਂਗੇ। ਉੱਥੋਂ ਵੀ ਨਾ ਦਾ ਜਵਾਬ ਮਿਲਿਆ। ਖਾਲਸੇ ਦਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪੁੱਜਣਾ ਤੇ ਮੇਰੇ ਪਾਤਸ਼ਾਹ ਦਾ ਕਹਿਣਾ ਕਿ ਬੜੀ ਛੇਤੀ ਵਾਪਸ ਮੁੜ ਆਏ ਹੋ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੁਹਾਨੂੰ ਭੇਜਿਆ ਸੀ ਕਾਸ਼ੀ ਵਿਦਿਆ ਲੈਣ ਵਾਸਤੇ, ਵਿਦਿਆ ਪੜ੍ਹਨ ਵਾਸਤੇ, ਪੜ੍ਹ ਕੇ ਨਹੀਂ ਆਏ। ਉਸ ਮੌਕੇ ਸਿੱਖਾਂ ਨੇ ਆਖਿਆ ਜੀ ਉਹਨਾਂ ਸਾਨੂੰ ਪੜ੍ਹਾਉਣਾ ਤੇ ਕੀ ਸੀ? ਇਹ ਗੱਲ ਕਹੀ ਕਿ ਜੇ ਤੁਸੀਂ ਸਾਥੋਂ ਵਿਦਿਆ ਪੜ੍ਹਨੀ ਹੈ, ਮਾਫ ਕਰਨਾ, ਤੇ ਸਾਡੇ ਵਰਗੇ ਬਸਤਰ ਪਹਿਨ ਕੇ ਆਓ, ਤੁਹਾਡੇ ਕੱਪੜਿਆਂ ਦੇ ਵਿੱਚ ਅਸੀਂ ਤੁਹਾਨੂੰ ਵਿਦਿਆ ਨਹੀਂ ਦੇ ਸਕਦੇ। ਮੇਰੇ ਪਾਤਸ਼ਾਹ ਲੱਗੇ ਕਹਿਣ ਦਇਆ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮਾਫ ਕਰਨਾ ਭਾਈ ਮਣੀ ਸਿੰਘ ਜੀ, ਮੇਰੇ ਪਾਤਸ਼ਾਹ ਲੱਗੇ ਕਹਿਣ ਪ੍ਰੇਮੀਓ ਉਹ ਬਾਹਮਣਾ ਦੀ ਕਾਸ਼ੀ ਹੈ ਤੇ ਅੱਜ ਤੂੰ ਇਹ ਗੁਰੂ ਕੀ ਕਾਸ਼ੀ ਹੋਵੇਗੀ। ਉੱਥੇ ਸਾਧ ਸੰਗਤ ਜੀ ਮੁੱਕਦੀ ਗੱਲ ਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ, ਦੁਨੀਆ ਦਾ ਖਲ ਦਿਮਾਗ, ਖਲ ਕਹਿੰਦੇ ਨੇ ਮੋਟਾ ਦਿਮਾਗ, ਮੋਟਾ ਦਿਮਾਗ, ਖਲ ਦਿਮਾਗ ਬੰਦਾ ਜੇਕਰ ਕੋਈ ਇਹਨਾਂ ਕਲਮਾਂ ਦੇ ਨਾਲ, ਇੱਥੇ ਕਲਮਾਂ ਦੇ ਨਾਲ ਜੇ ਉੱਥੇ ਮੁਹਾਰ ਨਹੀਂ ਲਿਖੇਗਾ ਪੰਜਾਬੀ ਦੀ, ਊੜਾ ਐੜਾ ਈੜੀ ਸੱਸਾ ਹਾ, ਜਿਹੜਾ ਵੀ ਸਿੱਖ ਜਾਂ ਜਿਹੜਾ ਵੀ ਖਲ ਦਿਮਾਗ ਬੰਦਾ, ਮੋਟੀ ਮੱਤ ਵਾਲਾ ਬੰਦਾ, ਜਿਹੜਾ ਵੀ ਇੱਥੇ ਆ ਕੇ ਨਾ ਮੁਹਾਰ ਨਹੀਂ ਲਿਖੇਗਾ, ਉਹ ਦੁਨੀਆ ਦਾ ਬਹੁਤ ਵੱਡਾ ਵਿਦਵਾਨ ਹੋਵੇਗਾ। ਖਾਲਸਾ ਜੀ ਤਿਆਰੀ ਹੋ ਗਈ। ਮੇਰਾ ਕਲਗੀਧਰ ਪਾਤਸ਼ਾਹ ਜੀ ਨੇ ਇਤਿਹਾਸ ਦੱਸਦਾ 9 ਮਹੀਨੇ
माफ़ करना 9 महीने 9 दिन 9 घड़ियां महाराज दसवें पातशाह सवेर दे समय बाणी लिखवाउंदे सन। दिन दे समय बाणी लिखवाउंदे सन। बड़े विद्वानां ने टीके लिखे ने, पर जिहड़ी बख्शिश टकसाल ते है, मुकरी गल की बाबा दीप सिंह जी माफ़ करना तैयारी की कि पातशाह ने आख्या भी तैयारी करो, तैयारी असी बाणी उच्चारण करांगे। भाई मनी सिंह कहते जिन्हां दी ड्यूटी ग्रंथी सिंह वजों लगी, लिखारी वजों लगी, महाराज बाणी उच्चारण करते गए, करी जाते सी ते भाई मनी सिंह होरी लिखी जाते सन। ये वो सरूप है जिहड़ा दसवें पातशाह ने दमदमा साहब की धरती ते उच्चारण किया सी। एक बारी कह दो वाहिगुरू। मुकरी गल की ना, क्या मन फिर अर्थां दी हुण अर्थां दी भी कथा कर दिओ, बाणी दे अर्थ भी समझा दिओ, बाणी दी कथा भी समझा दिओ। महाराज दसवें पातशाह ने आख्या दीप सिंह जी अर्थ भी समझावांगे, पर सिर देना पवेगा। एक बारी कह दो वाहिगुरू। भाई मनी सिंह आख्या तेनू बंद बंद कटाउणा पऊगा। एक बारी कह दो वाहिगुरू। आख्या पर दीप सिंह तेरा सिर कटिया जाएगा। ये वो बाणी है, तेरा सिर जंग दे मैदान च लड़ते लड़ते कटिया जाएगा, पर दीप सिंह तुम मर के भी अमर नहीं होवेगा। मुकरी गल की दीप सिंह तू उसे तरह ही याब करता रहेगा जिमें सिर ना लोकी याब करते हैं। भाई मनी सिंह ने आख्या मनी सिंह तेरा बंद बंद कटिया जाएगा, पर तेनू बाणी नहीं विसरेगी। कहते ने जो गुरु ग्रंथ साहब महाराज दे स्वरूप तैयार किए गए, कलगीधर पातशाह मुकदी गल की आख्या सी दया सिंह जी एक गुरु ग्रंथ साहब दा अखंड पाठ करो। अज तो जमाना ही बदल गया, मर्यादा नहीं रही। मुकदी गल की अजकल तो असीं अखंड पाठ कराउण लग्या भी बचतां सोचते हैं भी साडा इन्ना खर्च हो जाएगा। कह दो वाहिगुरू। अजकल एक नवीं रवायत चल पई, लोगों ने घरां दे विच अखंड पाठ कराउण दी थां ते लोग कहंदे सुखमनी साहिब दा पाठ ही कर लो। एक बारी कह दो वाहिगुरू। सुखमनी साहिब दा पाठ कर लो, रिश्तेदार साग संबंधी बुला लो, पर वह जमाना कुछ होर सी। कहते हैं कि पातशाह ने आख्या कि एक गुरु ग्रंथ साहब का अखंड पाठ किया जाए। 5 पाठी अखंड पाठी, 5 धूफीए जपजी साहब का पाठ करने वाले, 5 जोत दे कोल बैठे वारी वारी। अजकल तो कहते हैं जोत जगाउण की लोड़ नहीं है। धूप बत्ती करने वाले 5 सिख कहते हैं कि धूप
ਧੂਪ ਵਗੈਰਾ ਮਾਫ ਕਰਨਾ। ਉਹ ਜਿਹੜੇ ਧੂਪ ਦੀ ਡਿਊਟੀ ਕਰਦੇ ਸਨ, ਅੱਜ ਕੱਲ੍ਹ ਤੇ ਜੋ ਅਗਰਬੱਤੀਆਂ ਆ ਗਈਆਂ, ਪਰ ਉਦੋਂ ਇਹ ਗੱਲਾਂ ਨਹੀਂ ਸੁਣਦੀਆਂ। ਬਹੁਤਾਤ ਲੋਕ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਪਿੰਡਾਂ ਦੇ ਵਿੱਚ ਜਦ ਅਖੰਡ ਪਾਠ ਕੀਤਾ ਜਾਂਦਾ ਸੀ, ਸਾਧ ਸੰਗਤ ਜੀ ਸਮੱਗਰੀ ਤਿਆਰ ਕੀਤੀ ਜਾਂਦੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਮੱਗਰੀ ਤਿਆਰ ਕੀਤੀ ਜਾਂਦੀ ਤੇ ਕਈ ਕਿਸਮ ਦੇ ਉਸ ਸਮੱਗਰੀ ਦੇ ਵਿੱਚ ਸਮਾਨ ਪਾਇਆ ਜਾਂਦਾ ਸੀ। ਕੂੰਡੇ ਦੇ ਵਿੱਚ ਅੱਗ ਬਾਲੀ ਜਾਂਦੀ, ਕੂੰਡੇ ਦੇ ਵਿੱਚ। ਉਧਰ ਪਾਠ ਹੁੰਦਾ ਸੀ, ਉਧਰ ਉਹਦੇ ਮਾਫ ਕਰਨਾ ਸੇਵਾ ਕਰਨ ਵਾਲੇ ਸੇਵਾਦਾਰ ਸਨ। ਉਹ ਉਸ ਕੂੰਡੇ ਦੇ ਉੱਤੇ ਮਾਫ ਕਰਨਾ, ਉਹ ਨਾਲੋਂ ਨਾਲ ਉਹ ਧੂਪ ਸੜਦੇ ਸਨ। ਗੁਰੂ ਕੀ ਸੰਗਤ 5 ਸਿੱਖ ਜਿਹੜੇ ਇਹਨਾਂ ਦਾ ਇਸ਼ਨਾਨ ਕਰਨ ਵਾਲੇ ਪਹਿਰੇਦਾਰ ਔਰ 5 ਸਿੱਖ, ਉਹਨਾਂ ਸਿੰਘਾਂ ਦੀ ਡਿਊਟੀ ਲਾਈ ਗਈ ਜਿਹੜੇ ਇਹਨਾਂ ਦਾ ਸਾਰਿਆਂ ਦਾ ਪ੍ਰਸ਼ਾਦਾ ਤਿਆਰ ਕਰਦੇ ਸਨ। ਕਹਿੰਦੇ ਜੋ ਬਾਣੀ ਦਾ ਪ੍ਰਵਾਹ ਚੱਲਿਆ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਕਹਿੰਦੇ ਕਲਗੀਧਰ ਪਾਤਸ਼ਾਹ ਦੋ ਦਿਨ 2 ਰਾਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੌਂਕੜਾ ਮਾਰ ਕੇ ਬੈਠੇ ਰਹੇ। ਜਦੋਂ ਕਹਿੰਦੇ ਬਾਣੀ ਇੱਥੇ ਪੁੱਜੀ ਨਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕੋ ਨਾਨਕ ਹਰਿ ਭਜਮਣਾ, ਜੇ ਬਿਦ ਜਲ ਕੋ ਮੀਨ। ਬਾਣੀ ਦਾ ਪ੍ਰਵਾਹ ਚੱਲ ਰਿਹਾ। ਜਦੋਂ ਬਾਣੀ ਇੱਥੇ ਪੁੱਜੀ, ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਵਿਦ ਬਾਡੀ, ਪੰਜਾਬੀ 'ਚ ਕਹਿੰਦੇ ਨੇ ਸਣ ਦੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ 9ਵੇਂ ਪਾਤਸ਼ਾਹ ਦੇ ਸ਼ਲੋਕ ਚੱਲੇ ਨਾ, 9ਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਬਾਣੀ ਪਹੁੰਚੀ, ਕਹਿੰਦੇ ਨੇ ਸਿੱਖ ਉੱਡ ਉੱਡ ਕੇ ਨਾ ਉੱਡ ਉੱਡ ਕੇ ਸੱਚਖੰਡ ਜਾਣੇ ਸ਼ੁਰੂ ਹੋ ਗਏ। ਸੱਚਖੰਡ ਜਾਣੇ ਸ਼ੁਰੂ ਹੋ ਗਏ। ਇਹ 48 ਸਿੰਘ ਸਨ। ਕਹਿੰਦਾ 10ਵੇਂ ਪਾਤਸ਼ਾਹ ਜਦੋਂ ਝਾਕਿਆ ਦੇਖਿਆ ਮੇਰੇ ਹਜ਼ੂਰ ਨੇ, ਕਹਿੰਦੇ ਮਣੀ ਸਿਆਂ, ਦੀਪ ਸਿਆਂ, ਇਹ 48 ਸਿੱਖ ਭਾਈ ਮੋਹਦਨ ਸਿਆਂ, ਆ ਕੀ ਹੋ ਰਿਹਾ? ਤੁਸੀਂ ਕਿੱਧਰ ਜਾ ਰਹੇ ਹੋ? ਭਾਈ ਦਇਆ ਸਿੰਘ ਕਿੱਧਰ ਨੂੰ ਜਾ ਰਿਹਾ? ਸਿੱਖਾਂ ਨੇ ਆਖਿਆ ਮਹਾਰਾਜ ਜਾਣਾ ਦੇ ਕੀ ਹੈ, ਕਿਤੇ ਬਾਣੀ ਧੱਕੇ ਨਾਲ ਸੱਚਖੰਡ ਰਹੀ ਜਾਂਦੀ, ਬਾਣੀ ਧੱਕੇ ਨਾਲ ਸੱਚਖੰਡ ਰਹੀ ਜਾਂਦੀ। ਕਲਗੀਧਰ ਪਾਤਸ਼ਾਹ ਨੇ ਇੱਕ ਹੱਥ ਨਾਲ ਭਾਈ ਦਇਆ ਮਾਫ ਕਰਨਾ ਬਾਬਾ ਦੀਪ ਸਿੰਘ ਨੂੰ, ਤੇ ਦੂਜੇ ਹੱਥ ਨਾਲ ਦਸ਼ਮੇਸ਼ ਜੀ ਨੇ ਕਹਿੰਦੇ ਭਾਈ ਮਣੀ ਸਿੰਘ ਨੂੰ ਬਾਂਹ ਤੋਂ ਫੜ ਕੇ ਥੱਲੇ ਉਤਾਰ ਲਿਆ। ਆਖਿਆ ਦੀਪ ਸਿੰਘ, ਮਣੀ ਸਿੰਘ,
ਜਾਣਾ ਤੇ ਤੁਸੀਂ ਸੱਚਖੰਡ ਨੂੰ ਹੈ, ਪਰ ਅਜੇ ਤੁਹਾਡੀਆਂ ਬੜੀਆਂ ਬੜੀਆਂ ਜ਼ਿੰਮੇਵਾਰੀਆਂ ਨੇ। ਤੁਸੀਂ ਅਜੇ ਬੜੇ ਬੜੇ ਕੰਮ ਕਰਨੇ ਨੇ। ਬੜਾ ਜ਼ਾਲਮ ਤੇ ਜ਼ੁਲਮ ਦਾ ਤੁਸੀਂ ਟਾਕਰਾ ਕਰਨਾ। ਤਦੇ ਮੇਰੇ ਪਾਤਸ਼ਾਹ ਕਹਿੰਦੇ ਨੇ, ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ, ਤੈਨ ਸਗਲੀ ਚਿੰਤ ਮਿਟਾਈ। ਕਲ ਯੁਗ ਦੇ ਦੁਖੜੇ ਦੂਰ ਕਰੇ, ਕਲ ਯੁਗ ਦੇ ਦੁਖੜੇ ਦੂਰ ਕਰੇ, ਕਲ ਯੁਗ ਦੇ ਦੁਖੜੇ ਕਲ ਯੁਗ ਦੇ ਦੁਖੜੇ ਦੂਰ ਕਰੇ, ਕਲ ਯੁਗ ਦੇ ਦੁਖੜੇ ਦੂਰ ਕਰੇ, ਕਲ ਯੁਗ ਦੇ ਗੁਰੂ ਨਾਨਕ ਤੇਰੀ ਬਾਣੀ ਦੁਗਣੇ ਦੂਰ ਕਰੇ, ਕਲ ਯੁਗ ਦੇ ਦੁਗਣੇ ਦੂਰ ਕਰੇ। ਗੁਰੂ ਨਾਨਕ ਤੇਰੀ ਗੁਰੂ ਨਾਨਕ ਤੇਰੀ ਬਾਣੀ ਦੇ ਦੁਖੜੇ ਕਲ ਯੁਗ ਦੇ ਦੁਖੜੇ ਦੂਰ ਕਰੇ। ਗੁਰੂ ਨਾਨਕ ਤੇਰੀ ਬਾਣੀ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਦੁਨੀਆ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਦੁਨੀਆ ਦੇ ਤਾਰਨੇ ਨੂੰ, ਬਾਣੀ ਦਾ ਪਾਣੀ ਦਾ ਜਹਾਜ਼ ਬਣਾਇਆ, ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ। ਪਾਣੀ ਦਾ ਜਹਾਜ਼ ਦੁਨੀਆ ਦੇ ਤਾਰਨੇ ਨੂੰ। ਮੇਰੇ ਪਿਆਰੇ ਦੁਨੀਆ ਦੇ ਤਾਰਨੇ ਨੂੰ, ਮੇਰੇ ਪਿਆਰੇ ਦੁਨੀਆ ਦੇ ਤਾਰਨੇ ਨੂੰ। ਬਾਬਾ ਬਾਬਾ ਦੁਨੀਆ ਦੇ ਤਾਰਨੇ ਨੂੰ, ਬਾਬਾ ਬਾਬਾ ਦੁਨੀਆ ਦੇ ਤਾਰਨੇ ਨੂੰ।
ਪਾਣੀ ਦਾ ਜਹਾਜ਼ ਬਣਾਇਆ, ਪਾਣੀ ਦਾ ਜਹਾਜ਼ ਬਣਾਇਆ। ਪਾਣੀ ਦਾ ਜਹਾਜ਼ ਬਣਾਇਆ, ਪਾਣੀ ਦਾ ਜਹਾਜ਼ ਬਣਾਇਆ। ਪਾਣੀ ਦਾ ਜਹਾਜ਼ ਬਣਾਇਆ, ਪਾਣੀ ਦਾ ਜਹਾਜ਼ ਬਣਾਇਆ। ਦੁਨੀਆ ਤੇ ਤਾਰਨੇ ਨੂੰ, ਦੁਨੀਆ ਤੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਬੜੀਆਂ ਬੜੀਆਂ ਬਰਕਤਾਂ ਬੜੀਆਂ ਬੜੀਆਂ ਸ਼ਕਤੀਆਂ ਦੇ ਕੇ ਦਸ਼ਮੇਸ਼ ਨੇ ਦੱਖਣ ਨਦੇੜ ਤੋਂ ਹੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰਿਆ। 5 ਤੀਰ ਦਿੱਤੇ। ਉਹ ਤੀਰ ਦਰਸ਼ਨੀ ਸਿੱਖ ਤੀਰ ਸਨ। ਪਾਤਸ਼ਾਹ ਨੇ ਆਖਿਆ ਸੀ ਬੰਦਾ ਸਿਆਂ ਜਿੱਥੇ ਇੱਕ ਤੀਰ ਚੱਲ ਜਾ ਉੱਥੇ ਪਰਲੋ ਆ ਜਾਏਗੀ। ਮੁੱਕਦੀ ਗੱਲ ਕੀ 25 ਸਿੰਘ ਦਿੱਤੇ। ਇੱਕ 3.5 ਹੱਥ ਲੰਬਾ ਨਿਸ਼ਾਨ ਸਾਹਿਬ ਦਿੱਤਾ। ਸਡੌਰਾ ਫਤਿਹ ਕਰਨ ਤੋਂ ਬਾਅਦ ਸਮਾਣੇ ਸ਼ਾਸਨ ਬੇਗ, ਬਾਸ਼ਨ ਬੇਗ, ਇਹ ਜਲਾਦ ਸਨ। ਇਹਨਾਂ ਨੇ ਹੀ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਹੀ ਸ਼ਹੀਦ ਕੀਤਾ ਸੀ। ਇਹਨਾਂ ਜਲਾਦਾਂ ਨੂੰ ਮੌਤ ਦੇ ਘਾਟ ਉਤਾਰਿਆ। ਚੱਪੜਚਿੜੀ ਦਾ ਮੈਦਾਨ ਚੰਡੀਗੜ੍ਹ ਦੇ ਨੇੜੇ ਛੱਤ ਬਨੂੜ ਪੈਂਦਾ। ਮੁੱਕਦੀ ਗੱਲ ਕੀ ਬਾਬਾ ਬੰਦਾ ਸਿੰਘ ਨੇ ਸਰਹੰਦ ਨੂੰ ਢਹਿ ਢੇਰੀ ਕਰਨਾ ਸੀ। ਮਹਾਰਾਜ ਨੂੰ ਬੰਦਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮਸਲਾ ਸਡੌਰੇ ਮਸਾਣੇ ਤੇ ਸਰਹੰਦ ਦਾ। ਗਰੀਬ ਨਵਾਜ਼ ਸਮਾਣੇ ਤੇ ਸਰਹੰਦ ਦਾ। 5 ਤੀਰਾਂ 25 ਸਿੰਘਾਂ ਕੀ ਕਰਾਂਗਾ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਬੰਦਾ ਸਿਆਂ ਤੇਰੀਆਂ ਉਡੀਕਾਂ ਤਾਂ ਲੋਕੀ ਘਰ ਘਰ ਕਰ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਗੁਰੂ ਕੀ ਸੰਗ ਅੱਗੇ ਸਿੱਖਾਂ ਦੇ ਜਥੇ ਹੁੰਦੇ ਸਨ। ਉੱਥੇ ਪੁੱਜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੀ ਸੰਗਤ ਬੰਦਾ ਬੰਦਾ ਬੰਦਾ, ਪੰਜਾਬ ਦੇ ਵਿੱਚ ਬੰਦਾ ਬੰਦਾ ਦੀ ਦੁਹਾਈ ਮਚ ਗਈ ਸੀ। ਬਾਬਾ ਦੀਪ ਸਿੰਘ ਇੰਨੀ ਦਿਨੀ ਦਮਦਮਾ ਸਾਹਿਬ ਰਹਿੰਦੇ ਸਨ। ਆਲੀ ਸਿੰਘ, ਬਾਲੀ ਸਿੰਘ, ਬਾਜ ਸਿੰਘ, ਭਾਈ ਰੂਪੇ ਕੇ ਮਾਫ ਕਰਨਾ ਸਾਰਿਆਂ ਨੂੰ ਚਿੱਠੀ ਲਿਖੀ। ਸਿੰਘੋ ਮੈਨੂੰ 10ਵੇਂ ਪਾਤਸ਼ਾਹ ਨੇ ਨੰਦੇੜ ਤੋਂ ਤੁਹਾਡੇ ਇੱਥੇ ਭੇਜਿਆ। ਮੈਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ। ਅੱਗੇ ਸਿੰਘ ਸਾਡੇ ਵਰਗੇ ਨਹੀਂ ਸੁਣਾਉਂਦੇ। ਇਹਨਾਂ ਸਿੰਘਾਂ ਦੇ ਜਥੇ
ਇਕੱਠੇ ਹੋਏ। ਇਹਨਾਂ ਕਿਹਾ ਕਿ ਮੁੱਕਦੀ ਗੱਲ ਕੀ, ਐਸਾ ਕਿਹੜਾ ਸਿੱਖ ਭੇਜਿਆ ਜਿਹੜਾ ਮਾਫ਼ ਕਰਨਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਵੇ। ਅੱਜ ਕੱਲ੍ਹ ਦਾ ਸਾਡੇ ਜਿਹਦੇ ਨਾਲ ਪੈ ਗਈ ਗੱਲੀ ਉਹਦੇ ਨਾਲ ਉੱਠ ਚੱਲੀ। ਮਾਫ਼ ਕਰਨਾ, ਅਸੀਂ ਦਰਿਆ ਦੇ ਸੁੱਕੇ ਕੱਖਾਂ ਦੀ ਤਰ੍ਹਾਂ ਡੋਲਦੇ ਫਿਰਦੇ ਹਾਂ, ਕਦੇ ਉੱਧਰ ਕਦੇ ਉੱਧਰ। ਚਿੱਠੀਆਂ ਪਾਈਆਂ ਇਹਨਾਂ ਸਿੰਘਾਂ ਨੇ, ਫੈਸਲਾ ਕੀਤਾ ਵੀ ਸਾਨੂੰ ਪਤਾ ਕੀ ਲੱਗੇਗਾ ਕਿ 10ਵੇਂ ਪਾਤਸ਼ਾਹ ਨੇ ਇਹਨੂੰ ਪੰਜਾਬ ਘੱਲਿਆ। ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਵੀ ਚਲੋ ਯਾਰ ਚੱਲਦੇ ਹਾਂ। ਪਰ ਜਿਹੜਾ ਸਿੰਘ ਆਇਆ ਜੇ ਸਾਡੇ ਨਾਂ ਲੈ ਕੇ ਸਾਨੂੰ ਬੁਲਾਵੇ ਤੇ ਅਸੀਂ ਸਮਝ ਲਾਂਗੇ ਕਿ ਇਹਨੂੰ 10ਵੇਂ ਪਾਤਸ਼ਾਹ ਨੇ ਭੇਜਿਆ, ਤੇ ਨਹੀਂ ਤੇ ਉਹ ਆਪਣੀ ਥਾਂ ਤੇ ਰਾਜੀ ਤੇ ਅਸੀਂ ਆਪਣੀ ਥਾਂ ਤੇ ਰਾਜੀ। ਉੱਥੇ ਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਤੱਖ ਸ਼ਕਤੀ ਕੰਮ ਕਰ ਰਹੀ ਸੀ। ਇਹਨਾਂ ਸਾਰਿਆਂ ਦਾ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੁੱਜਣਾ। ਮੁੱਕਦੀ ਗੱਲ ਕੀ ਆਉਂਦਿਆਂ ਨੂੰ ਦੇਖ ਕੇ ਬਾਬਾ ਦੀਪ ਸਿੰਘ ਹੋਰਾਂ ਨੇ ਆਖਿਆ, ਬਾਬਾ ਦੀਪ ਸਿੰਘ ਹੋਰਾਂ ਨੂੰ ਉਹਨਾਂ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਦੀਪ ਸਿੰਘ ਕਿਵੇਂ ਚੜ੍ਹਦੀ ਕਲਾ ਹੋ? ਚੜ੍ਹਦੀ ਕਲਾ 'ਚੋਂ ਇੱਧਰ ਆਲੀ ਸਿੰਘ ਬਾਲੀ ਸਿੰਘ ਨਾਂ ਦੇ ਇਹ ਸਿੰਘ ਇਹਨਾਂ ਨੂੰ ਕਿਹਾ, ਆਲੀ ਸਿੰਘ ਬਾਲੀ ਸਿੰਘ ਕੀ ਹਾਲ ਹੈ, ਕਿਵੇਂ ਰਾਜੀ ਰਹਿੰਦੇ ਹੋ? ਸਰਹੰਦ ਦੀਆਂ ਸੰਗਤਾਂ ਉੱਥੇ ਪੁੱਜੀਆਂ। ਭਾਈ ਰੂਪੇ ਕੇ ਧਰਮ ਸਿੰਘ ਹੋਰੀ ਆਏ, ਉਹਨਾਂ ਨੂੰ ਪੁੱਛਿਆ ਵੀ ਕਿਵੇਂ ਰਹਿੰਦੇ ਹੋ, ਕਿਵੇਂ ਚੜ੍ਹਦੀ ਕਲਾ? ਆਖਿਆ ਜੀ ਚੜ੍ਹਦੀ ਕਲਾ ਵਾਲੀ ਹੁਣ ਗੱਲ ਨਹੀਂ ਰਹੀ, ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਮੁੱਕਦੀ ਗੱਲ ਕੀ, ਲੋਕਾਂ ਨੂੰ ਪੁੱਛਿਆ ਬਾਬਾ ਬੰਦਾ ਸਿੰਘ ਨੇ ਬਈ ਕਿਵੇਂ? ਇਹਨਾਂ ਆਖਿਆ ਮਹਾਰਾਜ ਸਾਡਾ ਬਹੁਤ ਬੁਰਾ ਹਾਲ ਹੈ। ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਨਾ ਤੇ ਸਾਹਿਬਜ਼ਾਦੇ ਨੇ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ, ਸਾਡੀਆਂ ਛਾਤੀਆਂ 'ਤੇ ਚੜ੍ਹ ਕੇ ਨਾ ਤੇ ਕਸੁੰਨ ਮੁੱਕੀ ਕਰਦੇ ਨੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਕਹਿੰਦੇ ਨੇ ਅਸੀਂ ਤਾਂ ਤੁਹਾਡੇ ਬਦਲੇ ਸ਼ਹੀਦੀਆਂ ਪਾ ਗਏ, ਤੁਸੀਂ ਕੀ ਕਰ ਰਹੇ ਹੋ? ਇਹਨਾਂ ਨੂੰ ਯਕੀਨ ਆ ਗਿਆ। ਮੁੱਕਦੀ ਗੱਲ ਕੀ, ਇਹ ਸਿੱਖ ਸੱਚਮੁੱਚ ਹੀ ਦੱਖਣ ਨੰਦੇੜ ਤੋਂ 10ਵੇਂ ਪਾਤਸ਼ਾਹ ਨੇ ਭੇਜਿਆ। ਇਹਨਾਂ ਨੇ ਫੈਸਲਾ ਕੀਤਾ, ਆਖਿਆ ਬਾਬਾ ਜੀ ਵੈਸੇ ਵੀ ਸਿੱਖ ਸੁੱਤੇ ਤੇ ਅਟੈਕ ਨਹੀਂ ਕਰਦਾ, ਤੇ ਬਾਬਾ ਜੀ ਜੇ ਸੂਬਾ ਸਰਹੰਦ ਨੂੰ ਮਾਰਨਾ ਮੰਗਾਰ ਕੇ ਮਾਰਿਆ ਜਾਏ, ਇੱਥੇ ਬੜੀ ਵੱਡੀ ਗੱਲ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁੱਕਦੀ ਗੱਲ ਕੀ, ਜੰਗ ਦੇ ਮੈਦਾਨ 'ਚ ਇੱਕ ਪਾਸੇ ਸਮੇਂ ਦੀ ਹਕੂਮਤ ਦਿੱਲੀ ਇਹਦੀ ਪਿੱਠ 'ਤੇ ਸੀ ਵਜੀਦੇ ਖਾਂ ਦੀ, ਤੇ ਜਦੋਂ ਜੰਗ ਦੇ ਵਿੱਚ ਆਏ ਸਿੰਘ ਗਿਣਤੀ 'ਚ ਥੋੜ੍ਹੇ ਸਨ। ਸਿੰਘਾਂ ਨੇ ਕਿਹਾ ਬਾਬਾ ਜੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਬਾਬਾ ਜੀ ਜਥੇਦਾਰ ਜੀ ਕਹਿੰਦੇ ਨੇ ਬਾਬਾ ਬੰਦਾ ਸਿੰਘ ਦਾ ਸਰੀਰ ਇੰਨਾ ਬਲੀ ਸੀ, ਜਿੰਨੇ ਅਸੀਂ ਬੈਠੇ ਖਲੋਤੇ ਹੁੰਦੇ ਹਾਂ ਨਾ, ਇੰਨਾ ਉੱਚਾ ਕੱਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਬੈਠਿਆਂ ਦਾ। ਇਹਨਾਂ ਆਖਿਆ ਜੀ
एक पासे तोपां ने, टैंक ने, गोले ने, बरूद ने। बाबा जी दूजे पासे साडे कोल बंदूकां ने जां किरपानां ने। ते हुण किरपानां ते गोलियां वालियां दा, बंदूकां वालियां दा, टैंकां वालियां नाल मुकाबला करना बड़ी औखी गल है। बाबा बंदा सिंह बहादुर ने आख्या ਸਿੰਘੋ तुसीं ਐਵੇਂ घबराਉਂਦੇ हो, भावें दिल्ली की हुकूमत उन्हां दे नाल है, वजीदे खां दे पिठ ते खड़ी है, पर तुहाडे कोल पहचानो अपने विरसे नूं, तुहाडे कोल गुरु ग्रंथ साहिब की बाणी की शक्ति ते अमर की शक्ति है, जिदे अगे कोई नहीं खड़ सकता। खालसा जी ये ओ बाणी है जिन्हों पढ़ पढ़ के सिख चरखड़ियां दे चढ़ गया, बंद बंद कट्टे गए। प्रेमियों, गुरु ग्रंथ साहब सारे को धन श्री गुरु ग्रंथ साहब जी, धन श्री गुरु ग्रंथ साहब जी, धन श्री गुरु ग्रंथ साहब जी। आप जी नूं महाराज गुरु ग्रंथ साहब के प्रकाश दिवस की लख लख वधाई होवे। अज पंजाब दे विच गुरु ग्रंथ साहब अरदास रूप मनाया, प्रकाश दिवस मनाया जा रहा है। आप जी नूं महाराज दे प्रकाश दिवस की लख लख वधाई होवे। गड्डी भावें लोड़मंदी है, पर थोड़े समय की गल है, सतगुरु पातशाह की कृपा नाल सब कुछ ठीक हो जाना। आज दे फिर खुले दर्शन करया करांगे। एक बारी फिर ये उत्थे ही गल जाएगी जिथे 5-5 6-6 घंटे कीर्तन कर जाते स। माफ़ करना, इन्ने शब्द प्रवान। वाहिगुरू जी का खालसा, वाहिगुरू जी की फतेह।